हेलो बेटा जी, ਅੱਜ ਆਪਾਂ ਕਲਾਸ 8ਵੀਂ ਦੇ ਜੋ ਫਸਟ ਬਾਈ ਮੰਥਲੀ ਹੈ ਉਹਦੀ ਤਿਆਰੀ ਕਰਨ ਜਾ ਰਹੇ ਹਾਂ। ਇਹਦੇ ਵਿੱਚ ਬੇਟੇ ਸਾਡੇ ਕੋਲ 4 ਚੈਪਟਰਸ ਨੇ। 4 ਚੈਪਟਰਸ ਦੇ ਵਿੱਚੋਂ ਪਹਿਲਾਂ ਸਭ ਤੋਂ ਆਪਾਂ ਫਸਟ ਚੈਪਟਰ ਕਰਦੇ ਹਾਂ ਜਿਹੜਾ ਸਾਡਾ ਹੈਗਾ ਪ੍ਰਮੇਯ ਸੰਖਿਆਵਾਂ। ਇਹਦੇ ਵਿੱਚ ਬੇਟੇ 2 ਅਭਿਆਸਾਂ ਨੇ, 2 ਐਕਸਰਸਾਈਜ਼ਸ ਨੇ। ਜੋ ਫਸਟ ਐਕਸਰਸਾਈਜ਼ ਆ ਉਹ ਟੋਟਲੀ ਪ੍ਰੋਪਰਟੀ ਬੇਸਡ ਆ, ਠੀਕ ਹੈ ਜੀ। ਤੇ ਦੂਸਰੀ ਜਿਹੜੀ ਐਕਸਰਸਾਈਜ਼ ਆ ਉਹ ਸੰਖਿਆ ਨੂੰ ਕਿਸੇ ਸੰਖਿਆ ਰੇਖਾ ਦੇ ਉੱਪਰ ਦਰਸਾਉਣਾ ਜਾਂ ਫਿਰ ਕੋਈ ਵੱਡੀ ਜਾਂ ਛੋਟੀ ਸੰਖਿਆ ਜਾਂ ਉਹਨਾਂ ਦੋ ਸੰਖਿਆਵਾਂ ਦੇ ਵਿੱਚ ਸੰਖਿਆਵਾਂ ਦੱਸਣਾ। ਜੜਾਤਮਕ ਉਲਟ ਦੀ, ਜੜਾਤਮਕ ਉਲਟ ਭਾਵ ਐਡੀਟਿਵ ਇਨਵਰਸ ਦੀ। ਐਡੀਟਿਵ ਇਨਵਰਸ ਕੀ ਹੈ ਜੀ? ਮਤਲਬ ਮੇਰੇ ਕੋਲ ਸੰਖਿਆ ਹੈ ਜੀ ਕੋਈ 5, ਤਾਂ ਮੈਂ ਉਹਦਾ ਪੁੱਛੂੰਗਾ ਮੇਰੇ ਕੋਲ ਐਡੀਟਿਵ ਇਨਵਰਸ ਕੀ ਹੋਏਗਾ, ਮਤਲਬ ਜੁੜਾਤਮਕ ਉਲਟ ਕੀ ਹੈ। ਤਾਂ ਜੁੜਾਤਮਕ ਉਲਟ ਲਈ ਸਭ ਤੋਂ ਸੌਖੀ ਚੀਜ਼ ਕੀ ਹੈ ਜੀ? ਕਿ ਉਹਦਾ ਜਿਹੜਾ ਵੀ ਨੰਬਰ ਦਾ ਸਾਈਨ ਆ ਉਹ ਚੇਂਜ ਕਰ ਦੋ, ਭਾਵ -5। 5 ਸੀ ਤਾਂ -5। ਜੇ ਮੈਂ ਕਹਾਂ ਜੀ 1/2 ਦਾ ਉਹਦਾ ਕਿੰਨਾ ਆ ਜਾਊਗਾ? -1/2। ਠੀਕ। ਜੇ 7 ਦਾ ਪੁੱਛਾਂ ਤਾਂ -7 ਆ ਜਾਏਗਾ ਜੀ। -3 ਦਾ ਪੁੱਛਾਂ ਤਾਂ -3 3 3 ਆ ਜਾਏਗਾ। ਸਾਈਨ ਉਲਟਾ, ਸਾਈਨ ਉਲਟਾ ਤੋਂ ਭਾਵ ਹੁੰਦਾ ਕੀ ਬੇਸਿਕਲੀ ਕਿ ਅਸੀਂ ਜੁੜਾਤਮਕ ਉਲਟ ਜਾਂ ਐਡੀਟਿਵ ਇਨਵਰਸ ਉਹ ਆਈਟਮ ਲੈਂਦੇ ਆ, ਉਹ ਨੰਬਰ ਲੈਂਦੇ ਆ ਵੀ ਜੇ ਦੋਨਾਂ ਨੂੰ ਜੋੜ ਕੇ ਸਾਡੇ ਕੋ ਕੀ ਬਣੇ? 0 ਬਣ ਜੇ। ਮੇਰੇ ਕੋ A ਤੇ ਉਹਦੇ ਵਿੱਚ ਕਿਹੜੀ ਐਸੀ ਟਰਮ ਜੋੜਾਂ ਕਿ ਮੇਰੇ ਕੋ ਵੈਲਿਊ 0 ਬਣ ਜਾਵੇ। ਠੀਕ ਹੈ ਜੀ। ਆ ਸਾਡੇ ਕੋਲ ਇਸ ਜਗ੍ਹਾ ਜਿਹੜਾ ਨੰਬਰ ਜੋੜਾਂਗੇ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ? ਐਡੀਟਿਵ ਇਨਵਰਸ। ਠੀਕ ਹੈ ਜੀ। ਜਾਂ ਜੁੜਾਤਮਕ ਉਲਟ। ਮੰਨ ਲਓ ਜੇ ਇੱਥੇ ਮੈਂ ਕਹਾ ਹੁਣੇ ਗੱਲ ਕਰ ਰਹੇ ਸੀ 5 ਦੇ ਵਿੱਚ ਮੈਂ ਕੀ ਜੋੜਾਂ ਕਿ 0 ਬਣ ਜੇ। 5 ਦੇ ਵਿੱਚ -5 ਜੋੜੇ ਤੇ ਹੀ 0 ਬਣ ਸਕਦਾ ਹੈ। ਠੀਕ ਹੈ ਜੀ। ਤਾਂ ਕਰਕੇ ਅਸੀਂ -5 ਨੂੰ 5 ਦਾ ਕੀ ਹੈ? ਜੁੜਾਤਮਕ ਉਲਟ ਲਿਆ ਜੀ। ਅਗਲੀ ਟਾਈਪ ਹੈ ਬੇਟੇ ਸਾਡੇ ਕੋਲ ਰੈਸੀਪ੍ਰੋਕਲ ਦੀ। ਰੈਸੀਪ੍ਰੋਕਲ ਮੈਨੇ ਉਲਟ ਕ੍ਰਮ। ਉਲਟ ਕ੍ਰਮ ਕੀ ਹੁੰਦਾ ਜੀ? ਇਹਦੇ ਵਿੱਚ ਇਹ ਪ੍ਰੋਪਰਟੀ ਕੀ ਕਹਿੰਦੀ ਆ? ਮੰਨ ਲਓ ਮੇਰੇ ਕੋਲ ਕੋਈ ਵੀ ਸੰਖਿਆ ਹੈ 3/4। ਠੀਕ ਹੈ ਜੀ। ਇਹਨੂੰ ਮੈਂ ਕਿਹਦੇ ਨਾਲ ਮਲਟੀਪਲਾਈ ਕਰਾਂ ਕਿ ਮੇਰੇ ਕੋਲ ਵੈਲਿਊ ਕਿੰਨੀ ਆ ਜਾਵੇ? 1। ਠੀਕ ਹੈ ਜੀ। ਤਾਂ ਇੱਥੇ ਮੈਂ ਕਿਹੜੀ ਨੰਬਰ ਲਾਉਂਗਾ, ਕਿਹੜੀ ਸੰਖਿਆ ਲਾਵਾਂ? ਤਾਂ ਸੰਖਿਆ ਹੋਏਗੀ 4/3। ਤਾਂ ਇਹ ਜਿਹੜੀ ਸੰਖਿਆ ਹੈ ਉਹ 3/4 ਦਾ ਕੀ ਆ? ਰੈਸੀਪ੍ਰੋਕਲ। ਠੀਕ ਹੈ ਜੀ। reciprocal of 3/4 is equal to 4/3। ਬੇਸਿਕਲੀ ਇੱਥੇ ਹੋ ਕੀ ਰਿਹਾ ਉਲਟ ਕ੍ਰਮ ਦੇ ਵਿੱਚ? ਇਹ ਅਸੀਂ ਕੋਈ ਵੀ ਟਰਮ ਨੂੰ ਉਲਟਾ ਰਹੇ ਹਾਂ, ਭਾਵ ਜੋ ਸਾਡਾ ਅੰਸ਼ ਆ ਉਹ ਹਰ ਬਣ ਰਿਹਾ ਤੇ ਹਰ ਜੋ ਅੰਸ਼ ਬਣ ਰਿਹਾ ਹੈ। ਠੀਕ ਹੈ ਜੀ। ਫੋਰ ਐਗਜ਼ਾਮਪਲ ਲੈਂਦੇ ਆ, ਮੈਂ ਕਹਾਂ ਜੀ 5 ਦਾ ਰੈਸੀਪ੍ਰੋਕਲ ਕੀ ਆ? ਠੀਕ ਹੈ ਜੀ। ਤਾਂ 5 ਦਾ ਕੀ ਆਏਗਾ? ਦੇਖੋ ਇੱਥੇ ਅੰਸ਼ ਤਾਂ ਹੈ ਪਰ ਹਰ ਹੈ ਨਹੀਂਗਾ, ਨਹੀਂ ਹੈ ਤਾਂ 1, ਤਾਂ ਇਹਦਾ ਰੈਸੀਪ੍ਰੋਕਲ ਕਿੰਨਾ ਆ ਗਿਆ? 1/5। ਇਸ ਤਰ੍ਹਾਂ ਦੇ ਕੁਐਸਚਨ ਇਸ ਟਾਈਪ ਦੇ ਵਿੱਚ ਪੁੱਛੇ ਜਾਂਦੇ ਨੇ। ਅਗਲੀ ਪ੍ਰਾਪਰਟੀ ਆਉਂਦੀ ਹੈ ਬੇਟੇ ਮੇਰੇ ਕੋਲ 0 ਦੀ ਜਾਂ 0 ਦੀ ਪ੍ਰਾਪਰਟੀ ਜਿਹਨੂੰ ਬੋਲਦੇ ਆ। ਤਾਂ 0 ਦੀ ਪ੍ਰਾਪਰਟੀ ਦੇ ਵਿੱਚ ਕੀ ਆ ਕਿ ਕਿਸੇ ਵੀ ਨੰਬਰ ਨੂੰ ਜੋ ਇੰਟੀਜਰ ਆ, ਮੰਨ ਲਓ 3/7 ਆ ਜੀ, ਉਹਨੂੰ 0 ਨਾਲ ਮਲਟੀਪਲਾਈ, 0 ਨਾਲ ਐਡੀਸ਼ਨ, 0 ਨਾਲ ਸਬਟ੍ਰੈਕਸ਼ਨ ਤੇ 0 ਨਾਲ ਡਿਵਾਈਡ ਕਰਨ ਦੇ ਉੱਤੇ ਕੀ ਆਂਦਾ ਹੈ ਕਿਸੇ ਵੀ ਨੰਬਰ ਨੂੰ, ਉਹ 0 ਦੀ ਕੀ ਆ? ਪ੍ਰਾਪਰਟੀ ਆ। ਅਕਸਰ ਜਿਵੇਂ ਅਸੀਂ ਕਹਿੰਦੇ 0 ਨਾਲ ਮਲਟੀਪਲਾਈ ਕਰਨ ਤੇ 0 ਆਉਂਦਾ ਜੀ। ਠੀਕ। ਤਾਂ ਜਾਂ ਫਿਰ ਕਿਸੇ ਨੰਬਰ ਦੇ ਵਿੱਚ 0 ਜੋੜਨ ਤੇ ਕੋਈ ਫਰਕ ਨਹੀਂ ਪੈਂਦਾ, ਉਹੀ ਨੰਬਰ ਆਉਂਦਾ ਜੀ। ਠੀਕ ਹੈ। ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ 0 ਦੀ ਪ੍ਰਾਪਰਟੀ, 0 ਦੀ ਪ੍ਰਾਪਰਟੀ 'ਚ ਪੁੱਛੇ ਜਾਂਦੇ ਨੇ। ਠੀਕ ਹੈ ਜੀ। ਦੈਨ ਅੱਗੇ ਸਾਡੇ ਕੋਲ ਹੈਗੇ ਜੀ 1 ਦੀ ਪ੍ਰਾਪਰਟੀ। ਠੀਕ ਹੈ ਜੀ। 1 ਦੀ ਪ੍ਰਾਪਰਟੀ ਉਹ ਵੀ ਇਸ ਤਰੀਕੇ ਨਾਲ ਆ। ਉਹਦੇ ਵਿੱਚ ਕੀ ਪੁੱਛਿਆ ਜਾਂਦਾ? ਜਿਵੇਂ 7 ਆ ਜੀ, 7 ਨੂੰ ਮੈਂ ਮਲਟੀਪਲਾਈ ਕਰ ਰਿਹਾ 1 ਨਾਲ, ਤਾਂ ਮੇਰੇ ਕੋਲ ਕਿੰਨੀ ਵੈਲਿਊ ਹੋਗੀ? ਬੇਸਿਕਲੀ ਇਹ ਪ੍ਰਾਪਰਟੀ ਕੀ ਹੈ? 7 ਦੀ। ਠੀਕ ਹੈ ਜੀ। ਕਹੇ ਉਹ 7 ਦੀ ਗੁਣਾ ਦੀ ਪ੍ਰਾਪਰਟੀ ਹੋ ਸਕਦੀ ਆ, ਉਹ ਮਲਟੀਪਲਾਈ ਦੀ ਪ੍ਰਾਪਰਟੀ ਹੋ ਸਕਦੀ ਆ, ਡਿਵਾਈਡ ਦੀ ਪ੍ਰਾਪਰਟੀ ਹੋ ਸਕਦੀ ਆ, ਭਾਗ ਦੀ ਪ੍ਰਾਪਰਟੀ ਹੋ ਸਕਦੀ ਆ, ਕੋਈ ਵੀ ਪ੍ਰਾਪਰਟੀ ਬਾਰੇ ਪੁੱਛਿਆ ਜਾ ਸਕਦਾ ਜੀ। ਬੇਟੇ ਸਾਡੇ ਅਗਲੀ ਟਾਈਪ ਹੈ ਬੇਟੇ ਸਾਡੇ ਕੋਲ ਕੁਐਸਚਨ ਦੀ ਕਿ ਸਾਡੇ ਕੋਲ ਸਟੇਟਮੈਂਟ ਦਿੱਤੀ ਹੈ, ਉਹਦਾ ਮੁੱਲ ਪਤਾ ਕਰੋ।
ਗੁਣਾ ਵਾਲੀ ਨੂੰ ਜਾਂ ਭਾਗ ਵਾਲੀ ਨੂੰ ਇੱਕ ਯੂਨਿਟ ਮੰਨ ਲਈਦਾ ਹੁੰਦਾ, ਫਿਰ ਉਹਦੇ ਨਾਲ ਥੋੜਾ ਜਿਹਾ ਇਸ ਚੀਜ਼ ਨੂੰ ਸਮਝਣਾ ਈਜ਼ੀ ਹੋ ਜਾਂਦਾ ਹੈ। ਠੀਕ ਹੈ ਜੀ, ਵਰਕ ਕਰਨਾ ਸੌਖਾ ਹੁੰਦਾ। ਜੇ ਇਸ ਤਰ੍ਹਾਂ ਗਰੁੱਪਿੰਗ ਕਰ ਲਓਗੇ ਫਿਰ ਤੁਹਾਨੂੰ ਦਿੱਕਤ ਨਹੀਂ ਪੈਂਦੀ। ਇੱਥੇ ਜਾਂਦਾ ਮੈਂ ਸਿੱਧਾ ਇਹਨਾਂ ਦੀ ਗੁਣਾ ਕਰਦਾ, ਇਹਨਾਂ ਦੀ ਗੁਣਾ ਕਰਦਾ, ਫਿਰ ਇਹਨਾਂ ਨੂੰ ਜੋੜ ਘਟਾਓ ਕਰ ਲੈਂਦਾ। ਠੀਕ ਹੈ, ਗੱਲ ਖਤਮ ਹੋ ਜਾਂਦੀ। ਪਰ ਇਹਨੇ ਨਾਲ ਇੱਕ ਗੱਲ ਲਿਖੀ ਹੈ ਜੀ ਕਿ ਉਚਿਤ ਗੁਣਾ ਦੀ ਵਰਤੋਂ ਕਰਕੇ ਇੱਥੇ ਆਪਾਂ ਪ੍ਰੋਪਰਟੀਆਂ ਯੂਜ਼ ਕਰਨੀਆਂ ਨੇ। ਠੀਕ ਹੈ ਜੀ, ਸੂਟੇਬਲ ਪ੍ਰੋਪਰਟੀਆਂ। ਤਾਂ ਸੂਟੇਬਲ ਪ੍ਰੋਪਰਟੀਆਂ ਲਈ ਕੀ ਕਰਨਾ, ਇਸ ਜਗ੍ਹਾ ਮੈਂ ਦੇਖਿਆ ਜੀ ਬੇਟੇ ਮੇਰੇ ਕੋਲ ਦੋ ਟਰਮਸ ਨੇ ਜਿਨ੍ਹਾਂ ਦੇ ਵਿੱਚ 3/5 ਆ। ਮੈਂ ਇੱਕ ਆ ਯੂਨਿਟ ਸੀ, ਇੱਕ ਆ ਯੂਨਿਟ ਆ, ਇੱਕ ਆ, 3 ਯੂਨਿਟ ਨੇ। ਤਿੰਨਾਂ ਦੇ ਵਿੱਚ ਦੋਹਾਂ ਦੇ ਵਿੱਚ 3/5 ਆ, ਤੇ ਮੈਂ ਦੋਨਾਂ ਨੂੰ ਨੇੜੇ ਲਿਆਂਦਾ, ਆਪਸ 'ਚ ਇਕੱਠੇ ਲਿਆਂਦਾ। ਹੁਣ ਇਕੱਠੇ ਲਿਆਉਣ ਦਾ ਹੈ ਕਿ ਇਹ ਪ੍ਰੋਪਰਟੀ ਕੋਈ ਤਾਂ ਪ੍ਰੋਪਰਟੀ ਯੂਜ਼ ਕਰਕੇ ਮੈਂ ਲੈ ਕੇ, ਅਦਰਵਾਈਜ਼ ਲੈ ਨਹੀਂ ਸਕਦਾ ਸੀ। ਯਾਨੀ ਅਗਲੀ ਟਰਮ ਨੂੰ ਪਿੱਛੇ ਤੇ ਪਿਛਲੀ ਟਰਮ ਨੂੰ ਅੱਗੇ ਕਰਨਾ, ਜਿਉਂ ਅਸੀਂ ਕਹਿੰਦੇ ਸੀ ਕਿ A ਜਮਾ B ਤੇ B ਜਮਾ A। ਠੀਕ ਹੈ ਜੀ, ਇਹ ਚੀਜ਼ ਕਰਨੀ, ਦੈਟ ਇਜ਼ ਕਾਲਡ ਕਿਹੜੀ ਪ੍ਰੋਪਰਟੀ ਸੀ ਬੇਟੇ? ਇਹ ਕਮਿਊਟੇਟਿਵ ਪ੍ਰੋਪਰਟੀ ਜਾਂ ਕ੍ਰਮ ਵਟਾਂਦਰਾ ਯੋਗਤਾ। ਠੀਕ ਹੈ ਜੀ, ਤਾਂ ਇਹ ਕਿਹੜੀ ਪ੍ਰੋਪਰਟੀ ਇੱਥੇ ਯੂਜ਼ ਕੀਤੀ ਅਸੀਂ? ਕਮਿਊਟੇਟਿਵ ਪ੍ਰੋਪਰਟੀ। ਦੈਨ ਕਮਿਊਟੇਟਿਵ ਪ੍ਰੋਪਰਟੀ ਤੋਂ ਬਾਅਦ ਵਿੱਚ ਫਿਰ ਅਸੀਂ ਦੇਖੋ ਕੀ ਵਰਕ ਕੀਤਾ, ਦੋਨਾਂ ਨੂੰ ਕਾਮਨ ਕੱਢ ਲਿਆ। ਠੀਕ, 3/5 ਤੇ 3/5 ਸਾਂਝਾ ਕੱਢ ਲਿਆ ਬੇਟੇ। ਤਾਂ ਸਾਂਝਾ ਕੱਢਣਾ ਬੇਸਿਕਲੀ ਕੀ ਹੁੰਦਾ? ਸਾਂਝਾ ਕੱਢਣਾ ਸਾਡੇ ਕੋਲ ਕਿਹੜੀ ਪ੍ਰੋਪਰਟੀ ਹੁੰਦੀ ਹੈ? ਡਿਸਟ੍ਰੀਬਿਊਟਿਵ ਪ੍ਰੋਪਰਟੀ। ਕਿਹੜੀ ਪ੍ਰੋਪਰਟੀ ਹੈ ਇਹ? ਡਿਸਟ੍ਰੀਬਿਊਟਿਵ ਪ੍ਰੋਪਰਟੀ, ਜਿਹਨੂੰ ਅਸੀਂ ਵੰਡਸ਼ੀਲਤਾ ਬੋਲਦੇ ਹਾਂ। ਠੀਕ ਹੈ, ਵੰਡਸ਼ੀਲਤਾ ਕੀ ਸੀਗੀ ਕਿ A B ਜਮਾ C ਬਰਾਬਰ A ਗੁਣਾ B ਜਮਾ A ਗੁਣਾ C। ਠੀਕ ਹੈ ਜੀ, ਇਸ ਤਰ੍ਹਾਂ ਦੀ ਪ੍ਰੋਪਰਟੀ ਸੀ। ਦੋ ਟਰਮਸ ਨੇ, ਗੁਣਾ ਹੋ ਰਹੀਆਂ ਨੇ, ਇਸ ਵਾਰੀ ਇਹ ਦੋ ਤੋਂ ਆਪਾਂ ਨੇ ਆਹ ਚੀਜ਼ ਬਣਾਈ ਆ। ਤਾਂ ਇੱਥੇ ਕਿਹੜੀ ਪ੍ਰੋਪਰਟੀ ਹੈ? ਇਹ ਡਿਸਟ੍ਰੀਬਿਊਟਿਵ ਪ੍ਰੋਪਰਟੀ ਯੂਜ਼ ਹੋਈ ਆ। ਆਫਟਰ ਦੈਟ ਬੇਟੇ ਬ੍ਰੈਕਟ ਆ, ਬ੍ਰੈਕਟ ਦੇ ਵਿੱਚ ਅਸੀਂ ਹੱਲ ਕਰ ਲਿਆ। ਠੀਕ, ਸਾਡੇ ਕੋਲ ਭਿੰਨਾਂ ਨੂੰ ਜੋੜਦੇ ਆ, ਇੱਥੇ ਭਿੰਨਾਂ ਨੂੰ ਜੋੜ ਲਿਆ। ਅਗਲੇ ਸਟੈਪ 'ਚ ਜੋੜਨ ਤੋਂ ਬਾਅਦ ਦੋਹਾਂ ਦੀ ਮਲਟੀਪਲਾਈ ਹੈਗੀ ਜੀ, ਮਲਟੀਪਲਾਈ ਕਰ ਲਈ। ਮਲਟੀਪਲਾਈ ਇੱਥੇ ਕਟਿੰਗ ਕੀਤੀ ਹੈ ਜੀ, 3 2 6 5 ਨਾਲ 5 ਕੱਟੇਗਾ, 5 1 5। ਠੀਕ ਹੈ ਜੀ, ਕਟਿੰਗ ਕਰਨ ਤੋਂ ਬਾਅਦ ਗੁਣਾ ਕਰ ਲਈ, ਗੁਣਾ ਖਤਮ ਹੋ ਗਿਆ। ਹੁਣ ਇਸ ਜਗ੍ਹਾ ਮੇਰੇ ਕੋਲ ਕੀ ਹੈ? ਜੋੜ ਅਤੇ ਘਟਾਓ ਕਰਨਾ ਰਹਿ ਗਿਆ। ਤੇ ਦੈਨ ਮੇਰੇ ਕੋਲ ਆਨਸਰ ਆ ਗਿਆ ਜੀ, 4/2 ਆਇਆ ਸੀਗਾ ਜੀ। 4/2 ਨੂੰ ਕਟਿੰਗ ਕਰਕੇ ਮੇਰੇ ਕੋਲ 2 ਆ ਗਿਆ। ਠੀਕ, ਇਸ ਤਰੀਕੇ ਨਾਲ ਬੇਟੇ ਨੂੰ ਈਜ਼ੀਲੀ ਅਸੀਂ ਵਰਕ ਕਰ ਸਕਦੇ ਹਾਂ। ਅਗਲਾ ਕੁਐਸਚਨ ਹੈ ਬੇਟੇ ਸਾਡੇ ਕੋਲ ਜੋ ਅਗਲੀ ਟਾਈਪ ਆ ਕਿ ਸਾਡੇ ਕੋਲ ਕਿਸੇ ਰੈਸ਼ਨਲ ਨੰਬਰ ਨੂੰ ਸੰਖਿਆ ਰੇਖਾ ਤੇ ਦਰਸਾਉਣਾ। ਸੰਖਿਆ ਰੇਖਾ ਨੰਬਰ ਲਾਈਨ, ਸਭ ਤੋਂ ਪਹਿਲਾਂ ਆਪਾਂ ਨੰਬਰ ਲਾਈਨ ਡਰਾ ਕਰਦੇ ਹਾਂ ਬੇਟੇ। ਸਰ ਨੰਬਰ ਲਾਈਨ ਡਰਾ ਕਰਨ ਦਾ ਇੱਕ ਤਰੀਕਾ ਹੁੰਦਾ ਜੀ ਕਿ ਮੈਂ ਲਾਈਨ ਡਰਾ ਕੀਤੀ ਆ, ਉਸ ਤੋਂ ਬਾਅਦ ਦੇ ਵਿੱਚ ਮੈਂ ਸਕੇਲ ਦੇ ਸਹਾਇਤਾ ਦੇ ਨਾਲ ਜਿਹੜੇ ਉੱਪਰ ਪੁਆਇੰਟਸ ਨੇ ਉਹਨਾਂ ਬਰਾਬਰ ਦਾ ਹਿੱਸਾ ਛੱਡ ਕੇ ਮੈਂ ਨਿਸ਼ਾਨ ਲਗਾ ਲਵਾਂ। ਠੀਕ, ਕਿਉਂਕਿ ਨਿਸ਼ਾਨ ਮੇਰੇ ਬਰਾਬਰ ਬਰਾਬਰ ਦੇ ਹੋਣੇ ਚਾਹੀਦੇ ਨੇ। ਜਾਂ ਮੈਂ ਕੀ ਇੱਕ ਹੋਰ ਦੂਸਰੀ ਆਪਸ਼ਨ ਕੀ ਆ, ਮੈਂ ਇੱਕ ਨਿਸ਼ਾਨ ਲਗਾ ਲਵਾਂ ਤੇ ਪ੍ਰਕਾਰ ਲੈ ਲਾਂ। ਪ੍ਰਕਾਰ ਤੋਂ ਬਾਅਦ ਦੇ ਵਿੱਚ ਮੈਂ ਸ਼ੁਰੂ ਕਰ ਲਾਂ ਜੀ। ਪਹਿਲੇ ਨਿਸ਼ਾਨ ਜਿਹੜਾ ਲਗਾਇਆ ਉਹਦੇ ਤੇ ਰੱਖ ਕੇ ਪਹਿਲੀ ਆਰਕ ਲਗਾਈ, ਫਿਰ ਅਗਲੀ ਆਰਕ ਤੇ ਰੱਖ ਲਓ ਬੇਟੇ, ਅੱਗੇ ਅੱਗੇ ਲਗਾਉਂਦੇ ਜਾਓ। ਨਿਸ਼ਾਨ ਲਗਾ ਲਏ ਬੇਟੇ ਆਪਾਂ ਪ੍ਰਕਾਰ ਦੇ ਨਾਲ। ਹੁਣ ਪਹਿਲੇ ਨਿਸ਼ਾਨ ਤੋਂ ਅਸੀਂ ਕੀ ਲਿਖਣਾ? 0। ਜੇ ਤਾਂ ਪੋਜ਼ਿਟਿਵ ਸੰਖਿਆ ਤਾਂ 0 ਲਿਖ ਲਓ। ਠੀਕ, ਜੇ ਨੈਗੇਟਿਵ ਸੰਖਿਆ ਹੈ ਤਾਂ ਇੱਥੇ 0 ਲਿਖ ਲਓ। ਭਾਵ ਕਿਉਂਕਿ ਜਿਹੜੇ ਰਿਣਾਤਮਕ ਸੰਖਿਆ ਦੇ ਨੈਗੇਟਿਵ ਨੰਬਰਸ ਉਹ ਇਧਰਲੇ ਪਾਸੇ ਨੂੰ ਚੱਲਦੇ ਨੇ, ਪੋਜ਼ਿਟਿਵ ਨੰਬਰਸ 0 ਤੋਂ ਅੱਗੇ ਨੂੰ ਚੱਲਦੇ ਨੇ। ਠੀਕ ਹੈ ਜੀ, 0 ਲਿਖੀ, 0 ਤੋਂ ਅੱਗੇ ਨੂੰ ਪੋਜ਼ਿਟਿਵ ਵਾਲੇ ਨੰਬਰਸ ਨੇ। ਤਾਂ ਸ਼ੁਰੂ ਕਰ ਲਓ ਜੀ। ਹੁਣ ਇੱਥੇ ਦੇਖੋ ਮੇਰੇ ਕੋਲ 7/4 ਇਹਨੂੰ ਰਿਪਰੈਜ਼ੈਂਟ ਕਰਨਾ। ਠੀਕ ਹੈ ਜੀ, ਭਾਵ ਮੇਰੇ ਕੋਲ 4 ਦੇ ਹਿੱਸਿਆਂ ਦੇ ਵਿੱਚ ਮੈਂ ਵੰਡਣੇ ਨੇ। ਤਾਂ ਮੇਰੇ ਕੋਲ ਪਹਿਲਾ ਹਿੱਸਾ ਆ ਗਿਆ 1 2 3 4, ਭਾਵ ਇਹ 1/4 2/4 3/4 ਅਤੇ 4/4। 4/4 ਨੂੰ ਮੈਂ 1 ਲਿਖ ਸਕਦਾ, ਭਾਵ 0 ਔਰ ਮੇਰੇ ਕੋਲ 1 ਬਣ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ 5/4 6/4 ਅਤੇ 7/4। ਆ ਬੇਟੇ ਸਾਡਾ ਨੰਬਰ ਆ ਗਿਆ ਜਿਹੜਾ ਅਸੀਂ ਰਿਪਰੈਜ਼ੈਂਟ ਕਰਨਾ ਸੀਗਾ। ਠੀਕ ਹੈ ਜੀ, ਆ ਗਿਆ 8/4
8/4 ਸਾਡੇ ਕੋਲ ਫਿਰ ਉਹੀ ਕੀ ਆ ਗਿਆ 2 ਤੇ 0 1 2। ਹੁਣ ਇੱਥੋਂ ਇਹ ਕੀ ਚੀਜ਼ ਪਤਾ ਲੱਗਦੀ ਆ ਕਿਹੜਾ 7/4 ਆ ਉਹ 1 ਅਤੇ 2 ਦੇ ਵਿਚਾਲੇ ਆ। ਠੀਕ ਹੈ ਬੇਟਾ ਜੀ। ਅਗਲੀ ਟਾਈਪ ਆ ਬੇਟੇ ਆਪਣੇ ਕੋ ਕੋਈ ਨੰਬਰ ਦਿੱਤਾ ਹੁੰਦਾ ਏ, ਦੋ ਰੈਸ਼ਨਲ ਨੰਬਰ ਦਿੱਤੇ ਹਨ ਲੈਟਸ ਸਪੋਜ਼, ਠੀਕ, ਤੇ ਇਹ ਦੋਹਾਂ ਦੇ ਇਨ ਬਿਟਵੀਨ ਮੈਂ ਕੀ ਕਰਨਾ ਪਤਾ ਕਰਨੀ ਆ ਕਿ 5 ਪਰਮੇਯ ਸੰਖਿਆਵਾਂ ਜਾਂ 3 ਪਰਮੇਯ ਸੰਖਿਆਵਾਂ। ਠੀਕ ਹੈ, ਹੁਣ ਮੈਂ ਕਹਿੰਦਾ ਮੈਂ 5 ਪਰਮੇਯ ਸੰਖਿਆਵਾਂ ਪਤਾ ਕਰਨੀਆਂ ਨੇ ਤਾਂ ਮੈਂ ਸਭ ਤੋਂ ਪਹਿਲਾਂ ਕੀ ਕਰੂੰ ਹਰਾਂ ਨੂੰ ਬਰਾਬਰ ਕਰੂੰਗਾ। ਠੀਕ ਹੈ ਜੀ। ਹਰ ਦੇਖੋ ਇੱਥੇ ਮੇਰੇ ਕੋਲ 4 ਹੈ, ਇੱਥੇ ਮੇਰੇ ਕੋਲ 2 ਆ। ਬਰਾਬਰ ਕਰਨ ਦੇ ਲਈ ਮੈਂ ਕੀ ਕਰੂੰਗਾ ਕੋਈ ਐਸਾ ਨੰਬਰ ਲਊਂਗਾ ਜਿਹਨੂੰ ਮਲਟੀਪਲਾਈ ਕਰਨ ਤੇ ਮੇਰੇ ਹਰ ਬਰਾਬਰ ਹੋ ਜਾਣ। ਤਾਂ ਇੱਥੇ ਮੈਂ 2 ਨਾਲ ਮਲਟੀਪਲਾਈ ਕਰੂੰਗਾ, 2 ਨਾਲ ਮਲਟੀਪਲਾਈ ਕਰੂੰਗਾ ਤਾਂ ਜਿਹੜਾ ਹਰ 4 ਆਊਗਾ। ਤੇ ਰੈਸ਼ਨਲ ਨੰਬਰ ਦੀ ਖਾਸ ਗੱਲ ਇਹ ਹੈ ਬੇਟੇ ਉੱਪਰ ਤੇ ਹੇਠਾਂ ਦੋਨਾਂ ਨੂੰ ਅੰਸ਼ ਅਤੇ ਹਰ ਦੋਨਾਂ ਨਾਲ ਮਲਟੀਪਲਾਈ ਕਰਨੀ ਪੈਂਦੀ ਹੁੰਦੀ ਹੈ। ਤਾਂ ਇੱਥੇ ਆ ਗਿਆ 2 ਤੇ ਉਰੇ ਆ ਗਿਆ 4। ਹੁਣ ਇਸ ਸਮੇਂ ਸਾਡੇ ਕੋਲ ਹਰ ਬਿਲਕੁਲ ਬਰਾਬਰ ਨਹੀਂ, ਹੁਣ ਸਿਰਫ ਅੰਸ਼ਾਂ ਦੀ ਗੇਮ ਰਹਿ ਚੁੱਕੀ ਹੈ ਜੀ। ਅੰਸ਼ ਮੇਰੇ ਕੋਲ 1 ਅਤੇ 2 ਆ। 1 ਅਤੇ 2 ਦੇ ਇਨ ਬਿਟਵੀਨ 5 ਸੰਖਿਆਵਾਂ ਲੱਭਣੀਆਂ ਨਹੀਂ, ਆਪਾਂ ਸਿੱਧੇ ਸਿੱਧੇ ਦੇਖਦੇ ਹਾਂ। ਤਾਂ ਹੋਰ ਮੈਂ ਕੀ ਕਰੂੰ ਇਹਨੂੰ ਹੋਰ ਕਿਸੇ ਨਾਲ ਮਲਟੀਪਲਾਈ ਕਰਕੇ ਐਸੀ ਵੈਲਿਊ ਨਾਲ ਮਲਟੀਪਲਾਈ ਕਰੂੰਗਾ ਕਿ ਮੇਰੇ ਕੋਲ ਵਿਚਾਲੇ 5 ਸੰਖਿਆਵਾਂ ਦੇਖੀ। ਸ਼ੁਰੂ ਕਰਦੇ ਹਾਂ ਬੇਟੇ 2 ਤੋਂ ਦੇਖ ਲਿਆ। ਜੇ 2 ਕਰਦੇ 2 ਦੂਣੀ 1 ਦੂਣੀ 2 2 ਦੂਣੀ 4 ਤਾਂ ਮੇਰੇ ਕੋਲ 2 ਅਤੇ 4 ਵੈਲਿਊ ਆ ਜਾਂਦੀ। ਜੇ ਮੈਂ 3 ਨਾਲ ਮਲਟੀਪਲਾਈ ਕਰਾਂ ਇੱਥੇ ਦੋਨਾਂ ਨੂੰ ਤਾਂ ਮੇਰੇ ਕੋਲ ਕਿੰਨੀ ਵੈਲਿਊ ਆਉਂਦੀ 3 ਅਤੇ 3 ਦੂਣੀ 6 ਆ ਜਾਂਦੀ। ਹਲੇ ਵੀ ਵਿੱਚ ਹੈ ਨਹੀਂ ਗਿਆ। ਠੀਕ ਹੈ ਜੀ। ਤੇ ਜੇ ਮੈਂ ਦੇਖਾਂ 3 ਜਾਂ 4 ਜਾਂ 5 ਇਸ ਤਰ੍ਹਾਂ ਕਰਕੇ ਮੈਂ ਕੰਟੀਨਿਊ ਕਰ ਦੇਵਾਂਗਾ। ਮੰਨ ਲਓ ਮੈਂ 5 ਨਾਲ ਮਲਟੀਪਲਾਈ ਕੀਤੀ ਤਾਂ 5 ਤੇ ਇੱਥੇ ਮੇਰੇ ਕੋਲ ਕੀ ਆ ਗਿਆ 5 ਦੂਣੀ 10। ਤਾਂ ਮੇਰੇ ਕੋਲ ਇਨ ਬਿਟਵੀਨ ਕਿੰਨੇ ਨੰਬਰ ਨੇ ਕਈ ਵਾਰ ਸਾਨੂੰ ਲੱਗਦਾ 5 ਹੋ ਗਏ, ਪਰ ਇੱਥੇ ਦੇਖੋ 6 7 8 9 ਸਿਰਫ 4 ਜਿਹੜੇ ਨੇ ਉਹ ਸੰਖਿਆਵਾਂ ਬਣੀਆਂ ਨੇ ਹਲੇ ਵੀ। ਤਾਂ ਮੈਂ 5 ਤੋਂ ਵੱਡੀ ਸੰਖਿਆ ਨਾ ਕਰੂੰਗਾ। 5 ਤੋਂ ਵੱਡੀ ਕੀ ਹੈ 6। ਤਾਂ ਮੈਂ ਮਲਟੀਪਲਾਈ ਕਰ ਲਿਆ ਸਾਰਿਆਂ ਨੂੰ 6 ਦੇ ਨਾਲ। ਠੀਕ ਹੈ ਜੀ। ਤਾਂ ਮੇਰੇ ਕੋਲ ਉੱਪਰ ਵੈਲਿਊ ਕਿੰਨੀ ਆ ਗਈ 6/6 ਚੌਕਾ 24 ਤੇ ਇੱਧਰ ਕਿੰਨੀ ਆ ਗਈ 6 ਦੂਣੀ 12/24। ਠੀਕ। ਹੁਣ ਆਪਾਂ 5 ਪਰਮੇਯ ਸੰਖਿਆਵਾਂ ਦੇਖਣੀਆਂ ਨੇ ਤਾਂ ਮੈਂ ਕਹਾਂ 1/4 ਅਤੇ 1/2 ਵਿਚਕਾਰ 5 ਪਰਮੇਯ ਸੰਖਿਆਵਾਂ। ਕਿਹੜੀ ਕਿਹੜੀ ਹੋਈ ਬੇਟੇ 6 ਅਤੇ 12 ਇਹ ਦੋਹਾਂ ਦੇ ਇਨ ਬਿਟਵੀਨ ਕਿਹੜੀਆਂ ਹੋ ਗਈਆਂ 7 8 9 10 11। ਤਾਂ ਆਪਾਂ ਲਿਖਿਆ 7/24 8/24 9/24 10/24 ਤੇ 11/24। ਠੀਕ ਹੈ ਜੀ। ਸੋ ਇਹ ਮੇਰੇ ਕੋ ਕੀ ਹੋ ਗਈਆਂ 5 ਐਸੀਆਂ ਸੰਖਿਆਵਾਂ ਮਿਲ ਗਈਆਂ ਜੋ ਇਹ ਦੋਨਾਂ ਦੇ ਵਿੱਚ ਨੇ। ਠੀਕ ਹੈ ਜੀ। ਇਹ ਦੋਹਾਂ ਦੇ ਵਿੱਚ ਨੇ ਮਤਲਬ ਇਹ ਦੋਨਾਂ ਦੇ ਵਿੱਚ ਨੇ ਉਹ ਭਾਵ ਮੇਰਾ ਜੋ ਕੁਐਸਚਨ ਸੀ ਉਹ ਇੱਥੇ ਹੱਲ ਹੋ ਗਿਆ। 1/4 ਅਤੇ 1/2 ਦੇ ਵਿਚਕਾਰ 5 ਪਰਮੇਯ ਸੰਖਿਆਵਾਂ ਜਿਹੜੀਆਂ ਨੇ ਮੇਰੀਆਂ ਉਹ ਮੈਨੂੰ ਪਤਾ ਲੱਗ ਗਈਆਂ। ਨੈਕਸਟ ਟੌਪਿਕ ਹੈ ਬੇਟਾ ਆਪਣਾ ਰੇਖੀ ਸਮੀਕਰਨ। ਠੀਕ ਹੈ ਜੀ। ਰੇਖੀ ਸਮੀਕਰਨ ਜਾਂ ਲੀਨੀਅਰ ਇਕੁਏਸ਼ਨ ਇਹਨੂੰ ਸੋਲਵ ਕਰਨਾ ਜੀ। ਚੈਪਟਰ ਨੰਬਰ 2 ਆ। ਇਹਦੇ ਵਿੱਚ ਬੇਟੇ 2 ਤਰ੍ਹਾਂ ਦੇ ਕੁਐਸਚਨ ਆਉਂਦੇ ਨੇ। ਪਹਿਲਾ ਟਾਈਪ ਦਾ ਹੁੰਦਾ ਸੋਲਵ ਇਕੁਏਸ਼ਨ ਨੂੰ ਸੋਲਵ ਕਰਨਾ ਹੈ, ਸਮੀਕਰਨ ਨੂੰ ਹੱਲ ਕਰਨਾ ਹੈ। ਤੇ ਦੂਸਰਾ ਸਟੇਟਮੈਂਟ ਵਾਲਾ ਕੁਐਸਚਨ। ਠੀਕ ਹੈ ਜੀ। 2 ਟਾਈਪਸ ਨੇ ਸਿਰਫ। ਤਾਂ ਪਹਿਲੀ ਟਾਈਪ ਹੈਗੀ ਆ ਇੱਕ ਸੋਲਵਿੰਗ ਦਾ ਇਕੁਏਸ਼ਨ ਜਾਂ ਇਕੁਏਸ਼ਨ ਸੋਲਵਿੰਗ ਸਮੀਕਰਨ ਨੂੰ ਹੱਲ ਕਰਨਾ। ਇਹਦੇ ਵਿੱਚ ਦੇਖਦੇ ਹਾਂ ਬੇਟੇ ਬੇਸਿਕ ਤੁਹਾਨੂੰ ਰੂਲ ਪਤਾ ਹੋਣਾ ਚਾਹੀਦਾ ਵੀ ਅਸੀਂ ਕਰਨਾ ਕੀ ਹੈ। ਉਸ ਤੋਂ ਬਾਅਦ ਜਿਹੜੀ ਮਰਜ਼ੀ ਇਕੁਏਸ਼ਨ ਆਵੇ ਉਹਨੂੰ ਜਿਸ ਤਰ੍ਹਾਂ ਮਰਜ਼ੀ ਵਰਕ ਕਰੀਏ ਰੂਲਸ ਦੇ ਅਕੋਰਡਿੰਗ ਤੇ ਆਪਾਂ ਸਹੀ ਉੱਤਰ ਦੇ ਉੱਤੇ ਪਹੁੰਚ ਜਾਵਾਂਗੇ। ਤਾਂ ਦੇਖਦੇ ਹਾਂ ਜਿਵੇਂ ਫੋਰ ਐਗਜ਼ਾਮਪਲ ਮੇਰੇ ਕੋ ਕੁਐਸਚਨ ਹੈਗਾ ਜੀ ਦਿਸ ਵਨ y + 3 = 12। ਹੁਣ ਮੇਰੇ ਕੋਲ ਰੂਲ ਕੀ ਆ ਸਾਡੇ ਕੋਲ ਖੱਬਾ ਪਾਸਾ ਹੁੰਦਾ ਇੱਧਰ ਸੱਜਾ ਪਾਸਾ ਹੁੰਦਾ। ਸਰ ਨੂੰ ਪਹਿਲਾਂ ਆਪਾਂ ਕੀ ਕਰਨਾ ਬੇਟੇ ਆਪਾਂ x ਜਾਂ y ਜਿਹੜੇ ਵੀ ਸਾਡੇ ਕੋਲ ਚਲ ਸੰਖਿਆਵਾਂ ਨੇ ਮਤਲਬ ਵੇਰੀਏਬਲਸ ਨੇ ਅਸੀਂ ਵੇਰੀਏਬਲਸ ਦੀ ਵੈਲਿਊ ਪਤਾ ਕਰਨੀ ਆ। ਤਾਂ ਉਹਦੇ ਲਈ ਅਸੀਂ ਕੀ ਕਰਨਾ ਇਹਨੂੰ ਇੱਧਰ ਲੈਫਟ ਹੈਂਡ ਸਾਈਡ ਸਿਰਫ x ਜਾਂ y ਉਹ ਚੀਜ਼ ਰਹਿਣ ਦੇਣੇ ਬਾਕੀ ਸਾਰੀ ਚੀਜ਼ ਪਰਲੀ ਸਾਈਡ ਰਾਈਟ ਹੈਂਡ ਸਾਈਡ ਲੈ ਕੇ ਆਣੀ ਆ। ਲਿਆਉਣ ਦੇ ਕੀ ਰੂਲਸ ਨੇ ਜੇ ਇੱਧਰਲੀ ਸਾਈਡ ਪਲੱਸ ਹੋਵੇ x y ਨਾਲ ਪਲੱਸ ਹੋ ਰਹੀ ਹੈ ਤਾਂ ਪਰਲੇ ਪਾਸੇ ਮਾਈਨਸ ਹੋ ਜੂ। ਜੇ ਇੱਧਰ ਮਾਈਨਸ ਹੋ ਰਹੀ ਹੈ ਇੱਧਰ ਪਲੱਸ ਮਤਲਬ ਸਾਈਨ ਚੇਂਜ ਕਰਨ ਤੇ ਐਡੀਸ਼ਨ ਜਿਹੜੀ ਆ ਸਬਟ੍ਰੈਕਸ਼ਨ ਚ ਬਦਲ ਜਾਂਦੀ ਹੈ, ਸਬਟ੍ਰੈਕਸ਼ਨ ਜਿਹੜੀ ਆ ਉਹ ਐਡੀਸ਼ਨ ਚ ਬਦਲ ਜਾਂਦੀ ਜਦੋਂ ਅਸੀਂ
ਇੱਕ ਸਾਈਡ ਚੇਂਜ ਕਰਦੇ ਆ, ਲੈਫਟ ਤੋਂ ਰਾਈਟ ਵੱਲ ਜਾਂਦੇ ਆ ਜਾਂ ਰਾਈਟ ਤੋਂ ਲੈਫਟ ਵੱਲ ਜਾਂਦੇ ਆ। ਸੇਮ ਉਸੇ ਤਰੀਕੇ ਨਾਲ ਮਲਟੀਪਲਾਈ ਕਾਹ ਚ ਡਿਵਾਈਡ ਹੋ ਜਾਂਦੀ ਆ, ਚੇਂਜ ਹੋ ਜਾਂਦੀ ਹੈ ਡਿਵਾਈਡ ਚ, ਤੇ ਡਿਵਾਈਡ ਕਾਹਦੇ ਵਿੱਚ ਕਨਵਰਟ ਹੋ ਜਾਂਦੀ ਆ, ਮਲਟੀਪਲਾਈ ਚ। ਦੈਨ ਇਸੇ ਰੂਲ ਦੇ ਨਾਲ ਅੱਗੇ ਚੱਲਦੇ ਆ ਬੇਟੇ। 3 ਇਧਰ y ਦੇ ਨਾਲ ਪਲੱਸ ਹੋ ਰਿਹਾ, ਤਾਂ ਮੈਂ 3 ਨੂੰ ਰਾਈਟ ਸਾਈਡ ਸ਼ਿਫਟ ਕਰਨਾ ਚਾਹੂੰਗਾ। ਬਾਕੀ ਕੁਝ ਚੀਜ਼ ਨਹੀਂ ਛੇੜੀ ਹੈਗੀ, ਸਿਰਫ ਸ਼ਿਫਟ ਕਿਹਨੂੰ ਕਰਨਾ, ਮੈਂ 3 ਨੂੰ ਸ਼ਿਫਟ ਕੀਤਾ, ਇੱਧਰ ਆ ਗਿਆ। ਇੱਥੇ 3 ਪਲੱਸ ਹੋ ਰਿਹਾ ਸੀ ਤਾਂ ਇੱਥੇ ਕੀ ਹੋ ਜਾਏਗਾ, ਮਾਈਨਸ। ਦੈਨ ਹੇਅਰ ਇਜ਼ ਦਾ ਆਂਸਰ, ਕੁਐਸਚਨ ਖਤਮ, ਡਨ। ਸੇਮ ਉਸੇ ਤਰੀਕੇ ਨਾਲ ਨਾ ਇੱਕ ਹੋਰ ਕੁਐਸਚਨ ਦੇਖਦੇ ਹਾਂ ਆਪਾਂ, ਇਸ ਵਾਰੀ ਮਲਟੀਪਲਾਈ ਦਾ ਦੇਖਦੇ ਹਾਂ। 5x is equal to 13। ਇੱਥੇ ਦੇਖੋ 5x ਜੋ ਆ ਲੈਫਟ ਸਾਈਡ ਆ, ਇਹ ਰਾਈਟ ਸਾਈਡ ਆ, ਸਾਨੂੰ ਸਿਰਫ x ਦੀ ਵੈਲਿਊ ਪਤਾ ਕਰਨੀ ਆ। ਸੋ ਸਾਡੇ ਕੋਲ ਕਿਹੜੀ ਟਰਮ ਪਈ ਹੈ ਇੱਧਰ, 5। ਇਹ 5 ਨੂੰ ਮੈਂ ਉਧਰਲੀ ਸਾਈਡ ਸ਼ਿਫਟ ਕਰੂੰਗਾ ਤੇ ਮੇਰਾ ਸੋਲੂਸ਼ਨ ਬਣ ਜਾਏਗਾ। ਤਾਂ x ਬਰਾਬਰ 13, ਬਾਕੀ ਚੀਜ਼ ਉਹੀ ਰੱਖੀ, 5 ਨੂੰ ਸ਼ਿਫਟ ਕੀਤਾ, 5 ਇੱਧਰ ਮਲਟੀਪਲਾਈ ਹੋ ਰਿਹਾ ਤਾਂ ਇੱਧਰ ਆ ਕੇ ਡਿਵਾਈਡ ਹੋ ਗਿਆ। ਦੈਟਸ ਆਂਸਰ। ਠੀਕ ਹੈ ਬੇਟਾ ਜੀ। ਅੱਗੇ ਦੇਖਦੇ ਹਾਂ। ਅੱਗੇ ਸਾਡੇ ਕੋਲ ਕੁਐਸਚਨ ਆ, ਲੈਟਸ ਸਪੋਜ਼ 3x is equal to 2x plus 7 ਲਾਈਕ ਦੈਟ। ਹੁਣ ਇਸ ਕੁਐਸਚਨ ਦੇ ਵਿੱਚ ਸਾਡੇ ਕੋਲ ਬੇਟੇ ਦੋਨੋਂ ਤਰਫ x ਨੇ, ਠੀਕ ਹੈ ਜੀ। ਇੱਧਰ ਲੈਫਟ ਹੈਂਡ ਸਾਈਡ ਵੀ ਆਪਣੇ ਕੋਲ x ਵਾਲੀ ਟਰਮ ਆ, ਰਾਈਟ ਹੈਂਡ ਸਾਈਡ ਵੀ ਸਾਡੇ ਕੋਲ x ਵਾਲੀ ਟਰਮ ਆ। ਤਾਂ ਅਸੀਂ ਕੀ ਕਰਾਂਗੇ, ਲੈਫਟ ਹੈਂਡ ਸਾਈਡ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇੱਥੇ ਮੇਰੇ ਕੋਲ ਕਿਹੜੀ ਟਰਮ ਆ ਜਿਹੜੀ ਸ਼ਿਫਟ ਹੋਊਗੀ, ਸਭ ਤੋਂ ਪਹਿਲਾਂ x ਵਾਲੀ ਟਰਮ 3x, ਸਿਰਫ ਸ਼ਿਫਟ ਕਿਹਨੂੰ ਕੀਤਾ, x ਵਾਲੀ ਟਰਮ ਨੂੰ, ਜਾਨੀ ਕਿਹੜੀ ਵੈਲਿਊ ਉਹ 2x। ਇੱਧਰ ਇਹ ਸੀ ਐਡੀਸ਼ਨ ਦੀ, ਦੈਨ ਇੱਧਰ ਆ ਕੇ ਇਹ ਕੀ ਹੋਗੀ, ਸਬਟ੍ਰੈਕਸ਼ਨ ਦੀ ਟਰਮ ਹੋਗੀ। ਦੈਨ ਸੋਲਵ ਕਰ ਲਓ। ਦੇਖੋ x ਦੋਨੋਂ ਟਰਮਸ ਦੇ ਵਿੱਚ ਹੈਗਾ ਜੀ, ਤਾਂ ਦੋਨੋਂ ਟਰਮਸ ਨੂੰ ਅਸੀਂ ਐਡੀਸ਼ਨ ਜਾਂ ਸਬਟ੍ਰੈਕਸ਼ਨ ਕਰ ਸਕਦੇ ਹਾਂ, ਜੋੜ ਘਟਾਓ ਕਰ ਸਕਦੇ ਹਾਂ। ਤਾਂ ਬੇਟੇ ਜੋੜ ਘਟਾਓ ਕਰਦੇ ਹਾਂ, ਇੱਥੇ 3 ਘਟਾਓ 2, 3x ਘਟਾਓ 2x, ਸੇਮ ਟਾਈਪ ਦੇ ਨਾਲ ਵਰਕ ਕਰਾਂਗੇ ਤਾਂ ਸਾਡੇ ਕੋਲ ਘਟਾ ਕੇ ਕਿੰਨਾ ਆ ਗਿਆ, 1x ਜਾਂ 1, ਕੋਈ ਫਰਕ ਨਹੀਂ ਹੈ, ਬਰਾਬਰ 7। ਤਾਂ x ਬਰਾਬਰ ਸਾਡੇ ਕੋਲ 7 ਆ ਗਿਆ ਜੀ। ਇਹ ਸਾਡਾ ਆਨਸਰ ਆ ਜੀ, ਸੋਲੂਸ਼ਨ ਆ ਗਿਆ। ਤਾਂ ਇਹਦੇ ਵਿੱਚ ਅਸੀਂ x ਦੀਆਂ ਵੈਲਿਊਜ਼ ਨੂੰ ਪਹਿਲਾਂ ਲੈਫਟ ਹੈਂਡ ਸਾਈਡ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਦੈਨ ਅਗਲੇ ਕੁਐਸਚਨ ਵੱਲ ਦੇਖਦੇ ਹਾਂ ਬੇਟੇ। ਅਗਲਾ ਕੁਐਸਚਨ ਸਾਡੇ ਕੋਲ ਫ੍ਰੈਕਸ਼ਨ 'ਚ ਵੀ ਆ ਸਕਦਾ, ਜ਼ਰੂਰੀ ਨਹੀਂ ਸਾਡੇ ਕੋਲ ਸਿੱਧੇ 1 2 3 ਨੰਬਰਸ, ਹੋਲ ਨੰਬਰਸ ਆਣ ਜਾਂ ਨੈਚੁਰਲ ਨੰਬਰਸ ਆਣ ਜਾਂ ਇੰਟੀਜਰ, ਸਾਡੇ ਕੋਲ ਕੀ ਆ ਸਕਦੇ ਨੇ, ਰੈਸ਼ਨਲ ਨੰਬਰਸ ਵੀ ਆ ਸਕਦੇ ਨੇ, ਯਾਨੀ ਫ੍ਰੈਕਸ਼ਨਸ ਵੀ ਆ ਸਕਦੀਆਂ ਨੇ। ਅਗਲਾ ਮੇਰਾ ਕੁਐਸਚਨ ਕੁਝ ਇਸ ਤਰੀਕੇ ਦਾ ਹੈ, x/2 minus 1/5 is equal to 1/3। ਤਾਂ ਇਸ ਜਗ੍ਹਾ ਬੇਟੇ ਫੇਰ ਉਹੀ ਤਰੀਕਾ ਵੇਖਦੇ ਆ। ਸਾਡੇ ਕੋਲ ਆ ਟਰਮ ਆ ਜੀ ਜੋ ਲੈਫਟ ਹੈਂਡ ਸਾਈਡ ਤੇ ਆ, ਰਾਈਟ ਹੈਂਡ ਸਾਈਡ ਤੇ ਲੈ ਕੇ ਜਾਵਾਂਗੇ। ਕਿਉਂ? ਕਿਉਂਕਿ ਅਸੀਂ x ਦੀ ਵੈਲਿਊ ਪਤਾ ਕਰਨੀ ਆ। x ਵਾਲੀ ਟਰਮ ਨੂੰ ਲੈਫਟ ਹੈਂਡ ਸਾਈਡ ਰੱਖਾਂਗੇ, ਬਾਕੀ ਟਰਮ ਨੂੰ ਰਾਈਟ ਹੈਂਡ ਸਾਈਡ। ਦੈਨ ਸ਼ੁਰੂ ਕਰਦੇ ਆ ਬੇਟੇ। ਇਹ 1/3 ਐਜ਼ ਇਟ ਇਜ਼ ਸੀ। ਕੋਸ਼ਿਸ਼ ਕਰੋ ਇਹ ਜਿਹੜੀ ਟਰਮ ਆਉਂਦੀ ਹੁੰਦੀ ਇਹਨੂੰ ਬੈਕ ਸਾਈਡ ਰੱਖੋ। ਬੈਕ ਸਾਈਡ ਰੱਖਣ ਨਾਲ ਤੁਹਾਨੂੰ ਈਜ਼ੀ ਹੋ ਜਾਏਗਾ, ਪਤਾ ਲੱਗ ਜਾਏਗਾ ਵੀ ਪਹਿਲਾਂ ਕਿਹੜੀਆਂ ਟਰਮ ਸੀ, ਹੁਣ ਕਿਹੜੀ ਟਰਮ ਆਈ ਆ। ਹੁਣ ਕਿਹੜੀ ਟਰਮ ਆਈ ਬੇਟੇ? 1/5। ਇੱਧਰ ਮਾਈਨਸ ਸੀ, ਇੱਧਰ ਆ ਕੇ ਕੀ ਹੋ ਰਿਹਾ ਬੇਟੇ? ਹੁਣ ਇਹ ਪਲੱਸ। ਡਨ। ਇੱਥੇ ਹੁਣ ਐਡੀਸ਼ਨ ਸਾਡੇ ਕੋਲ ਫ੍ਰੈਕਸ਼ਨਸ ਦੀ ਆ, ਬਟੇ ਵਾਲੀ ਰਕਮ ਦੀ ਆ। ਸੋ ਬਟੇ ਵਾਲੀ ਰਕਮ ਨੂੰ ਜੋੜ ਘਟਾਓ ਕਰਨਾ ਹੋਵੇ ਤਾਂ ਵੈਸੇ ਤਾਂ ਪੈਲਸੀਅਮ ਲੈ ਕੇ ਕਰਦੇ ਆ, ਬਟ ਸ਼ਾਰਟਕਟ ਇੱਕ ਮੈਥਡ ਹੋਰ ਵੀ ਹੁੰਦਾ ਜਿਹਨੂੰ ਆਪਾਂ ਕ੍ਰਾਸ ਮਲਟੀਪਲਾਈ ਕਰਦਾ। ਇਹਨੂੰ ਇੱਧਰ ਗੁਣਾ ਕਰ ਲਓ, ਇਹਨੂੰ ਇੱਧਰ ਤੇ ਆਪਸ ਚ ਗੁਣਾ ਕਰ ਲਓ। ਠੀਕ ਆ ਜੀ, ਲਾਈਕ ਦੈਟ। ਮੰਨ ਲਓ 5 ਨੂੰ 1 ਨਾਲ ਗੁਣਾ ਕੀਤੀ 5 ਜਮਾ 3 ਨੂੰ 1 ਨਾਲ ਗੁਣਾ ਕੀਤੀ 3, ਨੀਚੇ 5 ਤੀਏ 15। ਲੈਫਟ ਹੈਂਡ ਸਾਈਡ ਸਾਡੇ ਕੋਲ ਉਹੀ ਆ, ਨਾਲ ਉਨੀ ਦੇ ਰੱਖਦੇ ਜਾਣਾ ਹੈ ਜਦ ਤੱਕ ਅਸੀਂ ਪੂਰਾ ਸੋਲਵ ਨਹੀਂ ਕਰਦੇ। 3x/2 ਬਰਾਬਰ ਇੱਥੇ ਵੈਲਿਊ ਮੇਰੇ ਕੋਲ ਕਿੰਨੀ ਆ ਗਈ ਬੇਟੇ ਜੀ? 5 ਤੇ 3 8/15। ਠੀਕ ਹੈ ਜੀ। ਦੈਨ ਹੁਣ ਮੈਂ x ਦੀ ਵੈਲਿਊ ਕੱਢਣੀ ਸੀ, ਤਾਂ ਹੁਣ ਮੇਰੇ ਕੋਲ ਟਰਮ ਕਿਹੜੀ ਰਹਿ ਗਈ? 2। x ਨਾਲ ਕੀ ਹੋ ਰਿਹਾ? ਡਿਵਾਈਡ, ਭਾਗ ਹੋ ਰਿਹਾ। ਹੁਣ ਇਹਨੂੰ ਉਧਰ ਸ਼ਿਫਟ ਕਰਾਂਗੇ। ਜੇ ਇੱਧਰ ਭਾਗ ਹੋ ਰਿਹਾ, ਉਧਰ ਜਾ ਕੇ ਕੀ ਹੋ ਬੇਟੇ? ਮਲਟੀਪਲਾਈ। ਤਾਂ ਆਪਾਂ ਕੀ ਹੋ ਗਿਆ ਜੀ? ਮਲਟੀਪਲਾਈ ਕਰ ਦਿੰਦੇ ਆ 2 ਨੂੰ। ਮਲਟੀਪਲਾਈ ਲਈ ਅਸੀਂ ਜਾਂ ਤਾਂ ਕਟਿੰਗ ਕਰ ਦੋ ਨੀਚੇ ਟਰਮ ਨੂੰ ਉੱਪਰਲੀ ਟਰਮ ਨਾਲ, ਜੋ ਕਿ ਨਹੀਂ ਹੈਗੀ ਪੋਸੀਬਲ ਇੱਥੇ। ਸੋ ਨਹੀਂ ਹੈ ਤਾਂ ਉੱਪਰ ਮਲਟੀਪਲਾਈ ਕਰ ਦੋ। ਮਲਟੀਪਲਾਈ ਉੱਪਰਲੀਆਂ ਟਰਮ 'ਚ ਹੁੰਦੀਆਂ ਨੇ, ਡਿਵਾਈਡ ਉੱਪਰਲੀਆਂ ਟਰਮਸ ਤੇ ਨੀਚੇ। ਭਾਵ ਅੰਸ਼ ਨੂੰ ਅੰਸ਼ ਨਾਲ ਮਲਟੀਪਲਾਈ ਕਰਦੇ ਆ ਤੇ ਹਰ ਨੂੰ ਹਰ ਨਾਲ,
ਤੇ ਜਦੋਂ ਭਾਗ ਕਰਦੇ ਕਟਿੰਗ ਕਰਦੇ ਆ ਤਾਂ ਕਟਿੰਗ ਦੇ ਲਈ ਅਸੀਂ ਅੰਸ਼ਾਂ ਨੂੰ ਹਰਾਂ ਦੇ ਨਾਲ ਕਰਦੇ ਆ ਕਟਿੰਗ। ਠੀਕ ਹੈ ਜੀ। ਤਾਂ ਉੱਪਰ ਕਿੰਨਾ ਗਿਆ ਹੁਣ ਮੇਰੇ ਕੋਲ 8 ਦੂਣੀ 16 ਬਟੇ 15 ਦਾ ਆਲਰੇਡੀ ਪਿਆ ਸੀ। ਇਹਦੇ ਨਾਲ ਬੇਟੇ ਸਾਡਾ ਇਹ ਟਾਈਪ ਖਤਮ ਹੁੰਦੀ ਆ। ਇਹ ਤੋਂ ਬਾਅਦ ਇੱਕ ਹੋਰ ਟਾਈਪ ਦੇ ਕੁਐਸਚਨ ਆ ਜਾਂਦੇ ਨੇ ਜੋ ਕਈ ਵਾਰੀ ਕਨਫਿਊਜ਼ ਕਰ ਦਿੰਦੇ ਨੇ। ਉਹ ਟਾਈਪ ਹੈ ਬੇਟੇ ਲੈਟਸ ਸਪੋਜ਼ ਮੇਰੇ ਕੋਲ ਹੈਗਾ x 5/3 ਬਰਾਬਰ x 3/5। ਆਹ ਇਸ ਜਗ੍ਹਾ ਸਾਡੇ ਕੋਲ ਬਟਿਆਂ ਦੀ ਰਕਮ ਹੋਈ ਹੋਈ ਆ। ਠੀਕ ਹੈ ਜੀ। ਤਾਂ ਇਹ ਦੋ ਟਰਮਸ ਦੇ ਓਵਰ ਚ ਦੋ ਟਰਮਾਂ ਇਕੱਠੀਆਂ ਦੇ ਬਟੇ ਕੁਛ ਨਾ ਕੁਛ ਹੈ ਸਾਡੇ ਕੋਲ ਸੇਮ ਇੱਧਰ ਡਨ। ਤਾਂ ਇਸ ਜਗ੍ਹਾ ਦੇ ਉੱਤੇ ਜਦੋਂ ਪੂਰੀ ਦੀ ਪੂਰੀ ਟਰਮ ਦੇ ਬਟੇ ਕੁਛ ਆਇਆ ਹੋਵੇ ਤੇ ਸੇਮ ਇੱਧਰ ਵੀ ਇਹੋ ਜਿਹੀ ਸਿਚੁਏਸ਼ਨ ਹੋਵੇ, ਮਤਲਬ ਉੱਪਰ ਇੱਕ ਟਰਮ ਆ ਬਟੇ ਕੁਛ ਆ, ਉੱਪਰ ਇੱਕ ਟਰਮ ਆ ਬਟੇ ਕੁਛ ਆ, ਉਦੋਂ ਅਸੀਂ ਕੀ ਕਰਦੇ ਹੁੰਦੇ ਆ ਮਲਟੀਪਲਾਈ ਕ੍ਰਾਸ ਮਲਟੀਪਲਾਈ ਕਰਦੇ ਹੁੰਦੇ ਆ। ਤਾਂ ਇੱਥੇ ਅਸੀਂ ਕ੍ਰਾਸ ਮਲਟੀਪਲਾਈ ਕਰ ਤਾਂ ਕਿੰਨਾ ਆ ਗਿਆ ਜੀ 5 x ਘਟਾਓ 5। ਦੇਖੋ 5 ਨੂੰ ਕਿਹਦੇ ਨਾਲ ਗੁਣਾ ਕੀਤੀ x ਘਟਾਓ ਦੇ 5 ਨਾਲ ਬਰਾਬਰ ਦਾ ਨਿਸ਼ਾਨ ਉਮੀ ਆ। 3 ਨੂੰ ਕਿਹਨੇ ਗੁਣਾ ਕੀਤੀ ਇੱਧਰ x ਘਟਾਓ 3 ਤਾਂ ਕਿੰਨਾ ਆ ਗਿਆ 5x -25। ਇੱਧਰ ਵੀ ਦੋਨਾਂ ਨਾਲ ਗੁਣਾ ਕਰ ਲਓ 3x -9। ਦੈਨ ਦੋ ਸਾਡੇ ਕੋਲ ਟਰਮਸ x ਦੀਆਂ ਨੇ ਲੈਫਟ ਹੈਂਡ ਸਾਈਡ ਲੈ ਜਾਓ, ਜਿਹੜੀਆਂ ਵਿਦਆਊਟ x ਨੇ ਬਿਨਾਂ x ਦੇ ਨੇ ਉਹਨਾਂ ਨੂੰ ਰਾਈਟ ਹੈਂਡ ਸਾਈਡ ਲੈ ਜਾਂਦੇ ਆ। 5x -3x ਕਿਉਂਕਿ 3 ਇੱਧਰਲੇ ਪਾਸੇ ਸੀ ਜਮਾ ਤਾਂ ਇੱਧਰ ਆ ਕੇ ਕੀ ਹੋ ਜਾਏਗਾ ਘਟਾਓ ਦਾ ਸੇਮ -9। 25 ਨੂੰ ਮੈਂ ਲੈ ਕੇ ਜਾਣਾ ਉੱਧਰ ਸ਼ਿਫਟ ਕਰਦਾ ਜੀ 25 ਬੈਕ ਸਾਈਡ ਆ ਜਾਏਗਾ ਮਾਈਨਸ ਦਾ ਹੁਣ ਇੱਥੇ ਆ ਕੇ ਕੀ ਹੋ ਜਾਏਗਾ 25 ਪਲੱਸ ਦਾ। ਤਾਂ ਮੇਰੇ ਕੋਲ ਕਿੰਨੀ ਵੈਲਿਊ ਹੋਗੀ 5 ਘਟਾਓ 3 ਕਿੰਨਾ ਆ ਗਿਆ 2x ਤੇ ਇੱਥੇ 25 ਅਤੇ 9 ਇੱਕ ਪਲੱਸ ਦਾ ਇੱਕ ਮਾਈਨਸ ਦਾ ਪਲੱਸ ਮਾਈਨਸ ਹੁੰਦੇ ਨੇ ਤਾਂ ਮਾਈਨਸ ਹੁੰਦੇ ਨੇ ਤਾਂ ਮੇਰੇ ਕੋਲ ਵੈਲਿਊ ਕਿੰਨੀ ਆਈ 16 ਘਟਾ ਕੇ। ਠੀਕ ਹੈ ਜੀ। ਤਾਂ ਸਾਈਨ ਕਿਹੜਾ ਆਊਗਾ ਵੱਡੀ ਰਕਮ ਦਾ ਭਾਵ ਐਡੀਸ਼ਨ ਸਬਟ੍ਰੈਕਸ਼ਨ ਦੇ ਵਿੱਚ ਜਦੋਂ ਕਰ ਰਹੇ ਹਾਂ ਤਾਂ ਸਾਈਨ ਜਿਹੜੀ ਉਹਨਾਂ ਚੋਂ ਗ੍ਰੇਟਰ ਟਰਮ ਹੁੰਦੀ ਆ ਵੱਡੀ ਰਕਮ ਹੁੰਦੀ ਆ ਉਹ ਤਾਂ ਲਗਾਉਂਦੇ ਆ 25 ਵੱਡੀ ਉਹਦਾ ਸਾਈਨ ਪਲੱਸ ਦਾ ਹੈ। ਦੈਟਸ ਆਲ। ਹੁਣ ਇੱਥੇ x ਦੀ ਵੈਲਿਊ ਪਤਾ ਕਰਨੀ ਆ ਤਾਂ 2 ਨੂੰ ਉਧਰਲੇ ਪਾਸੇ ਸ਼ਿਫਟ ਕਰਨਾ ਜੀ। ਮੈਂ 2 ਇੱਥੇ ਕੀ ਹੋ ਰਿਹਾ ਬਿਲਕੁਲ ਸਹੀ ਹੈ ਮਲਟੀਪਲਾਈ ਹੋ ਰਿਹਾ ਤੇ ਇੱਧਰ ਆ ਕੇ 2 ਕੀ ਹੋ ਜਾਊਗਾ ਡਿਵਾਈਡ। ਤਾਂ ਮੇਰੇ ਕੋਲ ਵੈਲਿਊ ਕਿੰਨੀ ਆ ਗਈ ਕਟਿੰਗ ਕੀਤੀ ਜੀ 8। ਠੀਕ ਹੈ ਜੀ। ਦੇਖੋ ਸਟੇਟਮੈਂਟ ਵਾਲੇ ਕੁਐਸਚਨ ਦੇ ਵਿੱਚ ਕਈ ਟਾਈਪਸ ਨੇ ਜਿਵੇਂ ਏਜ ਵਾਲੇ ਕੁਐਸਚਨ ਆ ਜਾਂਦੇ ਨੇ ਜਾਂ 2 ਅੰਕਾਂ ਵਾਲੀ ਸੰਖਿਆ ਦੇ ਕੁਐਸਚਨ ਆ ਜਾਂਦੇ ਨੇ ਜਾਂ ਫਿਰ ਹੋਰ ਇਹਦੇ ਵਿੱਚ ਇੱਕ ਇੰਪੋਰਟੈਂਟ ਟਾਈਪ ਆ ਫ੍ਰੈਕਸ਼ਨ ਵਾਲੇ ਕੁਐਸਚਨ ਆਉਂਦੇ ਨੇ। ਚਲੋ ਆਪਾਂ ਦੇਖਦੇ ਹਾਂ ਇੱਕ ਦੀ ਟਾਈਪ। ਇੱਥੇ ਮੈਂ 2 ਅੰਕਾਂ ਵਾਲੀ ਸੰਖਿਆ ਦੀ ਗੱਲ ਕਰ ਰਹੀ ਹਾਂ। ਕੁਐਸਚਨ ਆ ਜੀ 2 ਅੰਕਾਂ ਵਾਲੀ ਦਿੱਤੀ ਗਈ ਸੰਖਿਆ ਦੇ ਅੰਕਾਂ ਦਾ ਜੋੜ ਅੰਕਾਂ ਦਾ ਜੋੜ ਕਿੰਨਾ 9। ਮੇਰੇ ਕੋਲ ਜੇ ਇੱਕ ਹੈਗੀ ਹੈ 6 ਤਾਂ ਦੂਸਰੀ ਮੈਂ ਪਤਾ ਕਰਨੀ ਹੋਵੇ ਦੂਜਾ ਅੰਕ ਇੱਕ ਅੰਕ 6 ਆ ਤਾਂ ਦੂਜਾ ਅੰਕ ਮੇਰੇ ਕੋਲ ਕੀ ਹੋਏਗਾ 3। ਤਾਂ 3 ਕਿਵੇਂ ਆਇਆ 9 ਚੋਂ 6 ਘਟਾ ਕੇ ਕਿਉਂਕਿ ਇਹਨੇ ਕਹਿੰਦਾ ਵੀ ਜੋੜ ਕੇ 9 ਬਣਦਾ ਜੀ। ਤੇ ਦੂਸਰੀ ਸੰਖਿਆ ਦੇ ਲਈ ਦੂਸਰੇ ਅੰਕ ਦੇ ਲਈ ਮੈਂ ਕੀ ਕਰੂੰਗਾ ਪਹਿਲੇ ਅੰਕ ਨੂੰ ਘਟਾ ਲੂੰਗਾ। ਠੀਕ ਹੈ ਜੀ। ਤਾਂ ਮੇਰੇ ਕੋਲ ਕੀ ਆ ਗਿਆ ਲੈਟਸ ਸਪੋਜ਼ ਪਹਿਲਾ ਅੰਕ ਜਿਹਨੂੰ ਇਕਾਈ ਅੰਕ ਬੋਲਦੇ ਆ ਇਕਾਈ ਅੰਕ। ਠੀਕ ਹੈ ਜੀ। ਇਕਾਈ ਅੰਕ ਮੇਰੇ ਕੋਲ ਮੰਨ ਲਓ ਆ ਗਿਆ x। ਤਾਂ ਫਿਰ ਮੈਂ ਦਹਾਈ ਕਿੰਨਾ ਲਿਖ ਲਿਆ ਦਹਾਈ ਅੰਕ ਮੇਰੇ ਕੋਲ ਕਿੰਨਾ ਆ ਗਿਆ ਜੀ 9 ਦੇ ਵਿੱਚੋਂ x ਘਟਾਉਣਾ ਪਊ ਮੈਨੂੰ। ਜਿਵੇਂ ਹੁਣੇ ਆਪਾਂ ਗੱਲ ਕੀਤੀ ਜੇ ਇੱਕ ਅੰਕ ਮੇਰੇ ਕੋਲ 6 ਆ ਤਾਂ ਦੂਸਰਾ ਮੈਨੂੰ ਕਿਵੇਂ ਪਤਾ ਲੱਗੂ ਮੈਂ ਜੋੜ ਮੇਰਾ 9 ਹੋਵੇ ਤਾਂ ਮੈਂ ਉਹਨੂੰ ਕੀ ਕਰੂੰਗਾ 9 ਚੋਂ ਘਟਾ ਕੇ ਦੇਖ ਲੂੰਗਾ। ਠੀਕ ਹੈ ਜੀ। ਤਾਂ ਦਹਾਈ ਦਾ ਅੰਕ ਮੇਰੇ ਕੋਲ ਦੇ ਸਾਹਮਣੇ। ਤਾਂ ਸੰਖਿਆ ਕਿੰਨੀ ਆਈ ਬੇਟੇ ਸੰਖਿਆ ਮੇਰੇ ਕੋਲ ਆਈ ਦਹਾਈ ਦੇ ਅੰਕ ਨੂੰ ਜੋ ਕਿ ਜਾਨੀ ਕਿ 10 ਨਾਲ ਗੁਣਾ ਕਰਾਂਗੇ ਅਤੇ ਇਕਾਈ ਦਾ ਅੰਕ ਜਿਹੜਾ ਜੋੜ ਲਾਂਗੇ। ਠੀਕ ਹੈ ਜੀ। ਦਹਾਈ ਦਾ ਅੰਕ ਇੱਥੇ ਮੇਰੇ ਕੋਲ ਕਿੰਨਾ ਜੀ 9 - x ਹੁਣ ਕਦੇ ਨਾਲ ਗੁਣਾ ਕੀਤਾ ਮੈਂ 10 ਨਾਲ ਕੀ ਜੋੜਿਆ ਮੈਂ ਇਕਾਈ ਦਾ ਅੰਕ। ਮੰਨ ਲਓ ਜਿਵੇਂ 63 ਦੀ ਗੱਲ ਕਰਦੇ ਸੀ 6 × 10 ਜਮਾ 3 ਇਸੇ ਫਾਰਮ ਦੇ ਵਿੱਚ ਇਹਨੂੰ ਐਕਸਪੈਂਡਡ ਫਾਰਮ ਚ ਲਿਖਿਆ ਜਾਂਦਾ ਹੈ। ਅੱਗੇ ਦੇਖਦੇ ਹਾਂ ਸੰਖਿਆ ਨੂੰ ਉਲਟਾਉਣ ਤੇ ਅੰਕਾਂ ਨੂੰ ਉਲਟਾਉਣ ਤੇ।
ਅੰਕਾਂ ਨੂੰ ਉਲਟਾਉਣ ਤੇ ਸੰਖਿਆ। ਅੰਕਾਂ ਨੂੰ ਉਲਟਾਉਣ ਦਾ ਭਾਵ 63 ਨੂੰ ਮੈਂ ਕੀ ਬਣਾਤਾ, ਉਲਟਾਇਆ ਤਾਂ ਕੀ ਬਣ ਗਿਆ 36। 81 ਨੂੰ ਉਲਟਾਇਆ ਤਾਂ ਕੀ ਬਣ ਗਿਆ 18। 52 ਨੂੰ ਬਣਾਇਆ ਤਾਂ 25। ਮਤਲਬ ਅੰਕਾਂ ਦੀ ਤਰਤੀਬ, ਅਗਲਾ ਅੰਕ ਪਿੱਛੇ ਕਰਤਾ, ਪਿਛਲਾ ਅੰਕ ਅੱਗੇ ਕਰਤਾ। ਇੱਥੇ ਵੀ ਅਸੀਂ ਕੀ ਕਰਾਂਗੇ, ਇਕਾਈ ਦੇ ਅੰਕ ਨੂੰ ਦਹਾਈ ਦੀ ਥਾਂ ਤੇ ਲਿਖ ਦਾਂਗੇ, ਦਹਾਈ ਦੇ ਅੰਕ ਨੂੰ ਇਕਾਈ ਦੀ ਥਾਂ ਤੇ ਲਿਖ ਦਾਂਗੇ। 10 ਨੂੰ ਕਿਹਦੇ ਨਾਲ ਹੁਣ ਗੁਣਾ ਕਰਾਂਗੇ, ਤੇ ਦੂਸਰਾ ਟਰਮ ਸਾਡੇ ਕੋਲ ਕੀ ਆ 9 - 1। ਠੀਕ ਆ ਜੀ, ਸਾਡੇ ਕੋਲ ਦੋ ਸੰਖਿਆਵਾਂ ਆ ਚੁੱਕੀਆਂ ਨੇ। ਉਹਨੇ ਹੁਣ ਗੱਲ ਕੀ ਕਹਿ ਰਿਹਾ ਇਹਦੇ ਵਿੱਚ, ਅਗਲੀ ਜੋ ਲਾਈਨ ਦੇ ਰਿਹਾ, ਕਹਿੰਦਾ ਅੰਕਾਂ ਦੇ ਸਥਾਨ ਬਦਲਣ ਤੇ ਪ੍ਰਾਪਤ ਕੀਤੀ ਗਈ ਸੰਖਿਆ ਦਿੱਤੀ ਸੰਖਿਆ ਨਾਲੋਂ, ਦਿੱਤੀ ਸੰਖਿਆ ਸਾਡੇ ਕੋਲ ਪਹਿਲਾਂ ਸੀ, ਇਹਦੇ ਨਾਲੋਂ ਆ ਜਿਹੜੀ ਨਵੀਂ ਸੰਖਿਆ ਬਣੀ ਆ 27 ਜ਼ਿਆਦਾ ਹੈ। ਭਾਵ ਜਿਹੜੀ ਹੁਣ ਕੀ ਹੈ ਪ੍ਰਸ਼ਨ ਅਨੁਸਾਰ ਲਿਖ ਦਿੰਦੇ ਹਾਂ ਅਸੀਂ, ਜਾਂ ਅਕੋਰਡਿੰਗ ਟੂ ਕੁਐਸਚਨ। ਠੀਕ, ਕਹਿੰਦੇ ਜਿਹੜੀ ਨਵੀਂ ਸੰਖਿਆ ਹੈ, ਨਵੀਂ ਸੰਖਿਆ ਮੇਰੇ ਕੋਲ ਕੀ ਆ this one। ਠੀਕ ਹੈ ਜੀ, ਉਹ ਪੁਰਾਣੀ ਜਿਹੜੀ ਸੰਖਿਆ ਸੀ, ਜੋ ਦਿੱਤੀ ਹੋਈ ਸੰਖਿਆ ਸੀ, ਠੀਕ ਹੈ ਜੀ, ਉਹ ਤੋਂ 27 ਜ਼ਿਆਦਾ। ਭਾਵ ਜੇ ਮੈਂ ਦਿੱਤੀ ਹੋਈ ਸੰਖਿਆ ਦੇ ਵਿੱਚ 27 ਜੋੜ ਦਵਾਂ ਤਾਂ ਦੋਨੋਂ ਸੰਖਿਆਵਾਂ ਬਰਾਬਰ ਆ ਜਾਣਗੀਆਂ। ਠੀਕ ਹੈ ਬੇਟਾ ਜੀ, ਜਾਂ ਫਿਰ ਮੈਂ ਇਹਨੂੰ ਕਹਿੰਦਾ ਦੋਹਾਂ ਨੂੰ ਘਟਾ ਕੇ 27 ਆਉਂਦਾ। ਦੋਨੋਂ ਫਾਰਮ 'ਚ ਜਿਹੜੀ ਮਰਜ਼ੀ ਤਰੀਕੇ ਨਾਲ ਲਿਖ ਲਓ, ਕੋਈ ਫਰਕ ਨਹੀਂ ਹੈ। ਅੱਗੇ ਬੇਟੇ ਮੈਂ ਸੋਲਵ ਕਰੂੰਗਾ ਇਹਨੂੰ ਥੋੜਾ ਜਿਹਾ। 10x - x ਕਿੰਨਾ ਆ ਗਿਆ ਜੀ 9x ਜਮਾ 9। ਬ੍ਰੈਕਟ ਖੋਲ ਦਿੰਨੇ ਬੇਟੇ, 10 ਨੂੰ ਦੋਹਾਂ ਨਾਲ ਗੁਣਾ ਕਰਾਂਗੇ, 90 ਘਟਾਓ 10x ਜਮਾ x ਜਮਾ 27। ਤਾਂ ਕਿੰਨਾ ਆ ਗਿਆ ਬੇਟੇ 9x ਜਮਾ 9 ਬਰਾਬਰ ਕਿੰਨਾ ਆ ਗਿਆ ਜੀ 90 ਅਤੇ 27 ਜੋੜ ਲੈਣੇ ਆਪਾਂ। 90 ਤੇ 27 ਜੋੜਿਆ ਮੇਰੇ ਕੋਲ ਆ ਗਿਆ 117। 10x ਤੇ 1x, ਇੱਕ ਘਟਾਓ ਤੇ ਇੱਕ ਜੋੜ ਦਾ ਤਾਂ ਘਟਣਗੇ, ਤਾਂ ਕਿੰਨਾ ਆ ਗਿਆ ਮੇਰੇ ਕੋਲ ਘਟਾਓ ਦੇ 9x, ਕਿਉਂਕਿ 10 ਜਿਹੜੀ ਵੱਡੀ ਟਰਮ ਮਾਈਨਸ ਦੀ ਸੀ ਤਾਂ ਮਾਈਨਸ ਆ ਗਿਆ। ਲੋ ਬੇਟਾ ਜੀ ਅੱਗੇ ਸੋਲਵ, ਬਾਕੀ ਜਿਹੜਾ ਆਪਾਂ ਪਹਿਲਾਂ ਰੂਲਸ ਦੇਖੇ ਨੇ ਉਹਨਾਂ ਦੇ ਅਕੋਰਡਿੰਗ ਕਰਨਾ ਹੈ। x ਵਾਲੀਆਂ ਟਰਮਸ ਨੂੰ ਲੈਫਟ ਹੈਂਡ ਸਾਈਡ ਤੇ ਬਿਨਾ x ਵਾਲੀਆਂ ਨੂੰ ਰਾਈਟ ਹੈਂਡ ਸਾਈਡ। ਤਾਂ ਮੇਰੇ ਕੋਲ ਪਹਿਲਾਂ ਆਲਰੇਡੀ ਟਰਮ ਕਿਹੜੀ ਪਈ ਸੀ 9x, ਇਧਰੋਂ ਕਿਹੜੀ ਆਈ ਮਾਈਨਸ ਦੇ 9x, ਤਾਂ ਇਧਰ ਆ ਕੇ ਕੀ ਹੋ ਜੂ ਸਾਈਨ ਚੇਂਜ ਪਲੱਸ 9x। ਤਾਂ ਇਧਰ ਹੁਣ ਕਿੰਨੀ ਮੇਰੇ ਕੋਲ ਵੈਲਿਊ 117 ਸੀ, ਤਾਂ ਇਧਰ ਕਿਹੜੀ ਆਈ 9 ਮਾਈਨਸ ਤੇ। ਡਨ ਬੇਟਾ, 9 ਦੂਣੀ 18 x, ਇੱਥੇ ਦੋਹਾਂ ਨੂੰ ਘਟਾ ਲਈਏ ਜੀ, 117 ਦੇ ਵਿੱਚੋਂ 9 ਘਟਾ ਲਈਏ ਤਾਂ ਮੇਰੇ ਕੋਲ ਕਿੰਨਾ ਆ ਗਿਆ ਜੀ 108। ਠੀਕ, ਦੈਨ ਅੱਗੇ x ਦੀ ਵੈਲਿਊ ਕਿੰਨੀ ਆ ਗਈ 108 ਬਟੇ, ਹੁਣ 18 ਸੀ ਇੱਧਰ, 18 ਇੱਧਰ ਆ ਕੇ ਕੀ ਹੋ ਜੂ ਭਾਗ ਹੋ ਜਾਊਗਾ ਬਟੇ 18। ਠੀਕ ਹੈ ਜੀ, ਕਟਿੰਗ ਕਰ ਦੋ, 18 × 18 18 ਛਿਕਾ 108। ਭਾਵ x ਦੀ ਵੈਲਿਊ ਸਾਡੇ ਕੋਲ ਕੀ ਆ ਗਈ 6। ਹੁਣ ਸਾਡੇ ਕੋਲ ਸੰਖਿਆ ਕੀ ਆ ਗਈ ਬੇਟੇ, ਤਾਂ ਸੰਖਿਆ ਸਿੱਧੀ ਮੈਂ ਫਾਈਂਡ ਕਰੂੰਗਾ, ਸਿੱਧੀ ਸੰਖਿਆ ਜੋ ਸੀ। ਠੀਕ ਆ, ਆ ਸੀ ਸਾਡੀ ਸੰਖਿਆ ਜੋ ਦਿੱਤੀ ਗਈ ਸੰਖਿਆ ਹੈ, ਉਹ ਕਿੰਨਾ 9 ਮਾਈਨਸ x ਦੀ ਜਗ੍ਹਾ ਮੈਂ ਕੀ ਕਰੂੰਗਾ 6 ਗੁਣਾ 10 ਜਮਾ 6। 9 ਮਾਈਨਸ 6 ਕਿੰਨਾ ਆ ਗਿਆ ਜੀ 3 ਗੁਣਾ 10 ਜਮਾ 6। ਭਾਵ ਸੰਖਿਆ ਮੇਰੇ ਕੋਲ ਆ ਗਈ 36। ਤਾਂ 36 ਮੇਰਾ ਆਨਸਰ ਆ। ਵੈਸੇ ਵੀ ਆਪਾਂ ਇੱਥੇ ਹੀ ਦੇਖ ਸਕਦੇ ਹਾਂ ਸਿੱਧਾ ਹੀ, ਜਿਵੇਂ ਆਪਾਂ 63 ਤੇ 36 ਦੀ ਗੱਲ ਕੀਤੀ ਆ। ਪਹਿਲੀ ਸੰਖਿਆ 36, ਦੂਸਰੀ ਹੈਗੀ ਆ 63। ਠੀਕ ਹੈ ਜੀ, 63 36 ਨਾਲੋਂ ਕਿੰਨਾ ਜ਼ਿਆਦਾ ਹੈ, ਸਟੇਟਮੈਂਟ ਦੇ ਵਿੱਚ ਕਿਹਾ ਸੀ 27 ਜ਼ਿਆਦਾ ਹੈ, ਤਾਂ 27 ਜੋੜਾਂਗੇ ਜੇ ਆਟੋਮੈਟਿਕਲੀ ਸਾਡੇ ਕੋਲ ਕਿੰਨੀ ਵੈਲਿਊ ਆਊਗੀ 63। ਠੀਕ ਹੈ ਬੇਟਾ ਜੀ, ਭਾਵ ਅਸੀਂ ਸਟੇਟਮੈਂਟ ਪੜ੍ਹ ਕੇ ਨਾਲ ਨਾਲ ਚੱਲਦੇ ਜਾਣਾ ਹੈ। ਤੁਹਾਡੇ ਕੋਲ ਸਮੀਕਰਨ ਬਣ ਜੂਗੀ, ਅੱਗੇ ਫਿਰ ਸਮੀਕਰਨ ਹੱਲ ਕਰਨੀ ਆ, ਕੋਈ ਪ੍ਰੋਬਲਮ ਨਹੀਂ ਹੈਗੀ।